ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਲਈ ਧੰਨਵਾਦ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਤੁਹਾਡੀਆਂ ਪ੍ਰਾਰਥਨਾਵਾਂ ਦੇ ਲਈ, ਜਿਸ ਦੇ ਵਿੱਚ ਤੁਸੀਂ ਮੈਨੂੰ ਹਮੇਸ਼ਾ ਆਪਣੀਆਂ ਪ੍ਰਾਰਥਨਾ ਵਿੱਚ ਯਾਦ ਕਰਕੇ ਆਪਣੀ ਮਹਿਮਾ ਦੇ ਲਈ ਇਸਤੇਮਾਲ ਹੋਣ ਦੇ ਲਈ ਜੋ ਪਰਮੇਸ਼ਰ ਨੇ ਮੈਨੂੰ ਸੇਵਾ ਦਿੱਤੀ ਹੈ, ਤੁਸੀਂ ਉਸ ਦੇ ਲਈ ਪ੍ਰਤੀਬੰਧ ਹੋ। ਉਸ ਦੇ ਲਈ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ। ਅੱਜ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵਵਿਆਪੀ, ਸਰਵਗਿਆ ਪਰਮੇਸ਼ਰ ਹੈ। ਅੱਜ ਦੇ ਦਿਨ ਦਾ ਵਚਨ ਦਾ ਮਨਨ ਕਰਨ ਦੇ ਲਈ ਸਾਡੀ ਮਦਦ ਕਰ ਔਰ ਸੁਣਨ ਵਾਲਿਆਂ ਨੂੰ ਆਪਣੀ ਬੁੱਧ ਅਤੇ ਸਮਝ ਦੇ, ਤਾਂ ਕਿ ਉਹ ਤੇਰੇ ਇਸ ਵਚਨ ਨੂੰ ਸਮਝ ਕੇ ਅਤੇ ਸੁਣ ਕੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਸਕਣ ਔਰ ਉਸ ਦੇ ਰਾਹੀਂ ਤੇਰਾ ਹੀ ਨਾਮ ਉੱਚਾ ਹੋ ਸਕੇ। ਯੁੱਗ ਬੁਰਾ ਹੈ, ਇਸ ਯੁੱਗ ਦੇ ਵਿੱਚ ਆਪਣੇ ਵਚਨ ਦੇ ਨਾਲ ਹਰ ਇੱਕ ਨੂੰ ਸੰਭਾਲ ਕੇ ਰੱਖ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ, ਇਸ ਵਚਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੇਨ। ਲਗਾਤਾਰ ਅਸੀਂ ਵਰਲਡ ਸੈਪਰੇਸ਼ਨ ਦੇ ਉੱਤੇ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਕਰਦੇ ਆਪ ਦੇ ਨਾਲ ਆ ਰਹੇ ਹਾਂ, ਕਿਉਂਕਿ ਅਸੀਂ ਸੰਸਾਰ ਤੋਂ ਅਲੱਗ ਕੀਤੇ ਹੋਏ ਲੋਕ ਹਾਂ ਅਤੇ ਸਾਡਾ ਜਿਉਣਾ ਸੰਸਾਰ ਦਾ ਨਹੀਂ ਬਲਕਿ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਨਾਲ ਹੈ। ਔਰ ਅੱਜ ਦੇ ਇਸ ਵਚਨ ਦੇ ਵਿੱਚ ਜਿਹੜਾ ਮੈਂ ਆਪ ਦੇ ਨਾਲ ਪੜ੍ਹਨ ਜਾ ਰਿਹਾ ਹਾਂ ਉਹ ਹੈ ਉਤਪਤੀ ਪੁਸਤਕ, ਉਸ ਦਾ 6 ਅਧਿਆਏ, ਉਸ ਦੀ 5 ਅਤੇ 9 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਉੱਤੇ ਵੱਧ ਗਈ ਹੈ ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਔਰ ਇਸ ਦੇ ਨਾਲ 9 ਵਚਨ ਦੇ ਵਿੱਚ ਲਿਖਿਆ ਹੈ, ਇਹ ਨੂੰਹ ਦੀ ਕੁਲ ਪਤਰੀ ਹੈ। ਨੂੰਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂੰਹ ਪਰਮੇਸ਼ਵਰ ਦੇ ਨਾਲ ਚੱਲਦਾ ਸੀ। ਕਿਉਂਕਿ ਆਪਣਾ 8 ਆਇਤ ਦੇ ਵਿੱਚ ਲਿਖਿਆ ਹੈ, ਪਰ ਨੂੰਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਇਹ ਸੈਪਰੇਸ਼ਨ ਜੋ ਆਪਣਾ ਮੈਂ ਵਰਲਡ ਸੈਪਰੇਸ਼ਨ ਤੇ ਇਹ ਵਚਨ ਲੈ ਰਿਹਾ ਲਗਾਤਾਰ ਐਤਵਾਰ ਤੋਂ ਲੈ ਕੇ ਹੁਣ ਅੱਜ ਦੇ ਵਚਨ ਦਾ ਜੋ ਮੇਰਾ ਵਿਸ਼ਾ ਹੈ ਵਰਲਡ ਸੈਪਰੇਸ਼ਨ ਦੇ ਉੱਤੇ, ਉਹ ਹੈ ਬੁਰੇ ਸੰਸਾਰ ਵਿੱਚ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਬਣੇ ਰਹਿਣਾ। ਬੁਰੇ ਸੰਸਾਰ ਵਿੱਚ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਬਣੇ ਰਹਿਣਾ। ਬੁਰੇ ਸੰਸਾਰ ਦੇ ਵਿੱਚ ਜਦੋਂ ਅਸੀਂ ਇਹ ਗੱਲਾਂ ਵੇਖ ਰਹੇ ਹਾਂ ਤਾਂ ਇਸ ਦੇ ਵਿੱਚ ਅਸੀਂ ਆਰੰਭ ਦੇ ਉਤਪਤ ਦੇ ਅਧਿਆਇਆਂ ਦੇ ਵਿੱਚ ਆਪ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਆਰੰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਆਪਣੀ ਕਿਰਪਾ ਦੇ ਨਾਲ ਚੁਣਿਆ ਔਰ ਉਹਨਾਂ ਨੂੰ ਆਪਣੀ ਹੀ ਇੱਛਾ ਦੇ ਨਾਲ ਉਹਨਾਂ ਨੂੰ ਬਣਾਇਆ ਅਤੇ ਉਹਨਾਂ ਨੂੰ ਵਾਗੇ ਅਦਨ ਦੇ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੂੰ ਇੱਕ ਹਦਾਇਤ ਦੇ ਦਿੱਤੀ ਕਿ ਤੁਸੀਂ ਆਪਣੇ ਪੂਰੀ ਜੋ ਤੁਹਾਨੂੰ ਆਪਣਾ ਸ੍ਰਿਸ਼ਟੀ ਬਣਾਈ ਗਈ ਹੈ ਇਸ ਦਾ ਅਖਤਿਆਰ ਤੁਹਾਨੂੰ ਦਿੱਤਾ ਗਿਆ ਹੈ, ਪਰ ਬਾਗ ਦੇ ਵਿੱਚ ਇੱਕ ਭਲੇ ਬੁਰੇ ਦੀ ਸਿਆਣ ਦਾ ਵ੍ਰਿਕਸ਼ ਆ, ਉਸ ਦੇ ਫਲ ਤੋਂ ਤੁਸੀਂ ਨਹੀਂ ਖਾਣਾ, ਬਾਕੀ ਸਭ ਕੁਝ ਤੁਹਾਡਾ ਹੈ। ਪਰ ਉਹ ਇੱਕ ਸ਼ੈਤਾਨ ਦੀ ਅਦਭੁਤ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਭ੍ਰਿਸ਼ਟ ਕਰਨ ਦੀ ਯੋਜਨਾ ਦੇ ਵਿੱਚ ਉਹ ਫਸ ਗਏ, ਜਿਸ ਦੇ ਨਾਲ ਉਹਨਾਂ ਦਾ ਜੀਵਨ ਕਰਪਟ ਹੋ ਗਿਆ ਅਤੇ ਉਹ ਪਾਪ ਦੇ ਵਿੱਚ ਵਿਨਾਸ਼ ਦੇ ਵਿੱਚ ਚਲੇ ਗਏ। ਉਹਨਾਂ ਦੇ ਜੀਵਨ ਦੇ ਵਿੱਚ ਮੌਤ ਆ ਗਈ ਅਤੇ ਮੌਤ ਸਭਨਾ ਮਨੁੱਖਾਂ ਦੇ ਵਿੱਚ ਰਾਜ ਕਰ ਰਹੀ। ਪਰ ਹੁਣ ਜਦੋਂ ਅਸੀਂ 6 ਅਧਿਆਏ ਦੇ ਵਿੱਚ ਇਹ ਪੜ੍ਹਿਆ ਹੈ ਤਾਂ ਅਸੀਂ ਵੇਖਦੇ ਹਾਂ ਕਿ ਇੱਥੇ ਘਟਨਾ ਕੀ ਘਟ ਰਹੀ ਹੈ। ਮੈਂ ਉਹ ਆਪ ਦੇ ਨਾਲ ਪੜ੍ਹ ਰਿਹਾ ਹਾਂ, ਉਸ ਦੇ ਉੱਤੇ ਧਿਆਨ ਦੇਣਾ ਹੈ। ਇੱਥੇ 2 ਆਇਤ ਦੇ ਵਿੱਚ ਇੱਕ ਘਟਨਾ ਘਟ ਰਹੀ ਹੈ। ਲਿਖਿਆ, ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ। ਪਰਮੇਸ਼ਵਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ। ਅਸੀਂ ਪਰਮੇਸ਼ਵਰ ਦੇ ਪੁੱਤਰ ਹਾਂ, ਸਨ ਆਫ ਗਾਡ।
ਜੇ ਤੁਸੀਂ ਇਸ ਗੱਲ ਨੂੰ ਜਾਣਨਾ ਚਾਹੁੰਦੇ ਆ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਆ, ਤਾਂ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਬਾਣੀ ਦੇ ਵਿੱਚ ਲਿਖਿਆ ਹੈ, ਯਹੋਨਾ ਦੀ ਯਹੋਨਾ ਦੀ ਅੰਜੀਲ ਉਸ ਦਾ 1 ਅਧਿਆਇ ਉਸ ਦੀ 12 ਆਇਤ ਦੇ ਵਿੱਚ, ਜਿਨ੍ਹਾਂ ਨੇ ਉਸ ਨਾਮ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਪਰਮੇਸ਼ਰ ਪੁੱਤਰ ਹੋਣ ਦਾ ਹੱਕ ਦਿੱਤਾ। ਇਹਦਾ ਮਤਲਬ ਸਨ ਆਫ ਗॉड। ਜਦੋਂ ਪਰਮੇਸ਼ਰ ਦੇ ਪੁੱਤਰਾਂ ਨੇ ਮਨੁੱਖ ਦੀਆਂ ਧੀਆਂ, ਮਤਲਬ ਕਿ ਸੰਸਾਰ ਦੀਆਂ ਗਤੀਵਿਧੀਆਂ ਨੂੰ, ਸੰਸਾਰ ਦੀਆਂ ਸੁੰਦਰਤਾ ਨੂੰ ਦੇਖਣਾ ਸ਼ੁਰੂ ਕੀਤਾ ਅਤੇ ਉਹਨਾਂ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਨਾ ਸ਼ੁਰੂ ਕਰਤਾ, ਉਹਨਾਂ ਦੇ ਨਾਲ ਫੈਸਲਾ ਕਰ ਲਿਆ ਜੀਣ ਦਾ, ਤਦ ਪਰਮੇਸ਼ਰ ਦਾ ਕ੍ਰੋਧ ਮਨੁੱਖ ਜਾਤੀ ਦੇ ਉੱਤੇ ਭੜਕਿਆ। ਬਾਈਬਲ ਦੇ ਵਿੱਚ ਜਦੋਂ ਪਰਮੇਸ਼ਰ ਦਾ ਕ੍ਰੋਧ ਮਨੁੱਖ ਜਾਤੀ ਦੇ ਉੱਤੇ ਭੜਕਿਆ ਤਾਂ ਲਿਖਿਆ ਹੈ, ਫਿਰ ਯਹੋਵਾ ਨੇ ਵੇਖਿਆ ਕਿ ਆਦਮੀ ਦੀ ਬੁਰਾਈ ਧਰਤੀ ਉੱਤੇ ਵੱਧ ਗਈ ਹੈ, ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਤਾਂ ਪਰਮੇਸ਼ਰ ਨੇ ਮਨੁੱਖ ਨੂੰ ਇਸ ਧਰਤੀ ਦੇ ਉੱਤੇ ਨਾਸ਼ ਕਰਨ ਦਾ ਫੈਸਲਾ ਲਿਆ। ਜਦੋਂ ਅਸੀਂ ਨਾਸ਼ ਕਰਨ ਦੀ, ਤਾਂ ਕੀ ਲਿਖਿਆ, ਤਾਂ ਯਹੋਵਾ ਨੇ ਆਦਮੀ ਦੇ ਧਰਤੀ ਉੱਤੇ ਬਣਾਉਣ ਤੇ ਰੰਜ ਹੋਇਆ ਅਤੇ ਉਸ ਦਾ ਮਨ ਬਹੁਤ ਦੁਖੀ ਹੋਇਆ। ਯਹੋਵਾ ਨੇ ਆਖਿਆ, ਮੈਂ ਆਦਮੀ ਜਿਹਨੂੰ ਉਤਪਤ ਕੀਤਾ ਹੈ, ਹਾਂ ਆਦਮੀ ਅਤੇ ਡੰਗਰ ਅਤੇ ਕਿਸਰਨ ਵਾਲੇ ਹਰ ਇੱਕ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਉੱਤੇ ਮਿਟਾ ਦਿਆਂਗਾ, ਕਿਉਂਕਿ ਮੈਨੂੰ ਉਸ ਦੇ ਬਣਾਉਣ ਤੋਂ ਰੰਜ ਹੋਇਆ ਹੈ। ਪਿਆਰੇ ਅਜ਼ੀਜ਼, ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਹਾਂ, ਪਰਮੇਸ਼ਰ ਨੇ ਸਾਨੂੰ ਇੱਕ ਹਦਾਇਤ ਦਿੱਤੀ ਹੋਈ ਹੈ ਆਪਣੇ ਵਿੱਚ ਚੱਲਣ ਦੀ, ਆਪਣੇ ਵਿੱਚ ਬਣੇ ਰਹਿਣ ਦੀ। ਜਦੋਂ ਅਸੀਂ ਉਸ ਦੇ ਵਿਪਰੀਤ ਚੱਲਦੇ ਹਾਂ ਤਾਂ ਪਰਮੇਸ਼ਰ ਦਾ ਕ੍ਰੋਧ ਸਾਡੇ ਉੱਤੇ ਆਉਂਦਾ ਹੈ, ਚੁਣੇ ਹੋਇਆਂ ਦੇ ਉੱਤੇ ਆਉਂਦਾ ਹੈ। ਇੱਥੇ ਚੁਣੇ ਹੋਇਆਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ। ਸਭ ਤੋਂ ਵੱਧ ਇਸ ਗੱਲ ਦੀ ਸੰਭਾਵਨਾ ਹੈ ਕਿ ਬਾਕ ਪਰਮੇਸ਼ਰ ਦੇ ਪੁੱਤਰਾਂ ਉਹਨਾਂ ਆਦਮੀਆਂ ਦਾ ਹਵਾਲਾ ਦਿੰਦਾ ਹੈ ਜੋ ਸੇਥ ਦੇ ਧਰਮੀ ਪਰਿਵਾਰਿਕ ਲਾਈਨ ਦੀ ਸੰਤਾਨ ਦੇ ਸਨ। ਅਸੀਂ ਵੇਖ ਸਕਦੇ ਹਾਂ ਸੇਥ ਦੇ ਧਰਮੀ ਪਰਿਵਾਰ ਦੇ ਲੋਕ ਕੀ ਸੀ। ਜੇ ਅਸੀਂ ਉਸ ਨੂੰ ਵੇਖਣਾ ਹੈ ਤਾਂ ਸਾਨੂੰ 4 ਅਧਿਆਏ ਦੇ ਵਿੱਚ ਜਾਣਾ ਪਏਗਾ, ਜਿੱਥੇ ਸੇਥ ਦੇ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ। ਮੈਂ ਆਪ ਦੇ ਨਾਲ 4 ਅਧਿਆਏ ਦੀ ਆਇਤ ਨੂੰ ਪੜ੍ਹ ਰਿਹਾ। ਅਤੇ ਸੇਤ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸ ਤੋਂ ਉਸ ਦਾ ਨਾਮ ਅਨੋਸ਼ ਰੱਖਿਆ ਗਿਆ। ਉਸ ਵੇਲੇ ਤੋਂ ਲੋਕ ਯਹੋਵਾ ਦਾ ਨਾਮ, ਭਾਵ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਲੋਕ, ਪਰਮੇਸ਼ਰ ਦੀ ਭਗਤੀ ਕਰਨ ਵਾਲੇ ਲੋਕ, ਪਰਮੇਸ਼ਰ ਦਾ ਅਨੁਸਰਨ ਕਰਨ ਵਾਲੇ ਲੋਕ, ਪਰਮੇਸ਼ਰ ਦੀ ਵਡਿਆਈ ਕਰਨ ਵਾਲੇ ਲੋਕ, ਪਰਮੇਸ਼ਰ ਦੇ ਨਾਲ ਚੱਲਣ ਵਾਲੇ ਲੋਕ ਸੇਤ ਤੋਂ ਸ਼ੁਰੂ ਹੋ ਗਏ। ਅਤੇ ਉਹਨਾਂ ਨੇ ਜਦੋਂ ਆਦਮੀ ਦੀਆਂ ਧੀਆਂ ਨੂੰ ਵੇਖਿਆ, ਆਦਮੀ ਦੀਆਂ ਧੀਆਂ, ਅਸੀਂ ਇਸ ਸੰਸਾਰ ਦੇ ਵਿੱਚ ਦੇਖ ਸਕਦੇ ਹਾਂ ਕਿ ਜੋ ਆਪਣਾ ਸੰਸਾਰ ਦਾ ਉੱਠਣਾ ਅਤੇ ਬੈਠਣਾ ਅਤੇ ਚੱਲਣਾ ਅਤੇ ਉਹਨਾਂ ਦਾ ਵੇਖਣਾ ਕਿਸ ਤਰ੍ਹਾਂ ਦਾ ਹੈ, ਇਹ ਗੱਲ ਪਰਮੇਸ਼ਰ ਨੂੰ ਚੰਗੀ ਨਹੀਂ ਲੱਗੀ ਔਰ ਪਰਮੇਸ਼ਰ ਇਸ ਗੱਲ ਦੇ ਵਿਰੋਧ ਵਿੱਚ ਸੀ। ਅਸੀਂ ਜਦੋਂ ਰੋਮੀਆਂ ਦੀ ਪੁਸਤਕ ਉਸ ਦਾ 1 ਅਧਿਆਏ ਉਸ ਦੀ 28 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਇਸ ਬੁਰੇ ਸੰਸਾਰ ਦੇ ਲੋਕਾਂ ਦੇ ਉੱਤੇ ਆਪਣੇ ਵਿਚਾਰ ਨੂੰ ਐਂ ਪ੍ਰਗਟ ਕਰਦਾ ਹੈ। ਲਿਖਿਆ ਹੈ, ਜਿਵੇਂ ਪਰਮੇਸ਼ਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਹਨਾਂ ਨੂੰ ਚੰਗਾ ਨਾ ਲੱਗਾ, ਉਵੇਂ ਪਰਮੇਸ਼ਰ ਨੇ ਉਹਨਾਂ ਨੂੰ ਮੰਦ ਬੁੱਧੀ ਦੇ ਵਸ ਕਰ ਦਿੱਤਾ, ਭਾਈ ਨਖਿੱਧ ਕੰਮ ਕਰਨ। 31 ਆਇਤ ਦੇ ਵਿੱਚ ਕੀ ਲਿਖਿਆ? ਰੋਮੀਆਂ 31 ਆਇਤ ਦੇ ਵਿੱਚ 1:31 ਦੇ ਵਿੱਚ ਲਿਖਿਆ ਹੈ, ਨਿਰਬੁੱਧ ਨੇਮ ਤੋੜਨ ਵਾਲੇ ਨਿਰਮੋਹ ਅਤੇ ਨਿਰਦਈ ਹੋਏ। ਮਤਲਬ ਕਿ ਉਹਨਾਂ ਨੂੰ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕਰਨ ਦੇ ਵਿੱਚ ਮਜ਼ਾ ਆਉਣ ਲੱਗ ਗਿਆ। ਉਹਨਾਂ ਦੇ ਵਿੱਚ ਪਰਮੇਸ਼ਰ ਦੀ ਆਗਿਆ ਦਾ ਭੈ ਨਹੀਂ ਰਿਹਾ। ਉਹ ਨਿਰਭੈ ਹੋ ਗਏ, ਉਹ ਪਾਪ ਕਰਨ ਦੇ ਵਿੱਚ ਲੱਗ ਗਏ।
उन्होंने वो काम किए जो परमेश्वर नूं चंगे नहीं सी लगते। और इत्थे जदों मैं एक अध्याय दे विच जाना हाँ तो उहदे विच की लिखिया है 21 आयत, भावें उन्होंने परमेश्वर नूं जान लिया पर तां भी परमेश्वर दे योग वडियाई ना कीती, ना ਉਹਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਕਮੇ ਬਣ ਗਏ ਅਤੇ ਉਹਨਾਂ ਦੇ ਬੁੱਧਹੀਨ ਮਨ ਹਨੇਰੇ ਹੋ ਗਏ। ਹਨੇਰੇ ਹੋ ਗਏ ਭਾਵ ਉਹਨਾਂ ਨੇ ਚਾਨਣ ਨੂੰ ਛੱਡ ਦਿੱਤਾ, ਭਾਵ ਉਹਨਾਂ ਨੇ ਪਰਮੇਸ਼ਰ ਨੂੰ ਛੱਡ ਦਿੱਤਾ, ਭਾਵ ਉਹਨਾਂ ਨੇ ਪਰਮੇਸ਼ਰ ਦੀ ਭਗਤੀ ਨੂੰ ਤਿਆਗ ਦਿੱਤਾ ਅਤੇ ਸੰਸਾਰ ਦੀ ਭਗਤੀ ਦੇ ਪਿੱਛੇ ਲੱਗ ਗਏ। ਸੰਸਾਰ ਦੀ ਭਗਤੀ ਜਿਹੜੀ ਹਨੇਰੇ ਦੀ ਭਗਤੀ ਹੈ, ਜਿਹੜੀ बुराई ਦੀ ਭਗਤੀ ਹੈ, ਜਿਹੜੀ बुरे ਕੰਮਾਂ ਦੀ ਭਗਤੀ ਹੈ, ਉਹ ਮੋਹਣ ਵਾਲੀ ਭਗਤੀ ਹੈ। ਉਹ ਸੰਸਾਰ ਦੇ ਧਨ ਦੌਲਤ ਅਤੇ ਮਾਇਆ ਦੀ ਭਗਤੀ ਹੈ, ਜਿਸ ਦੇ ਵਿਖੇ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਵੀ ਲੁਭਾਉਣ ਦੇ ਲਈ ਕੋਸ਼ਿਸ਼ ਕੀਤੀ। ਉਹ ਵੀ ਮੈਂ ਵਚਨ ਆਪ ਦੇ ਅੱਗੇ ਪੜ੍ਹ ਰਿਹਾ ਹਾਂ, 4 ਅਧਿਆਏ और उसकी 8 आयत तो मैं पढ़ रहा, मती दी अंजीर 4 अध्याय 8 आयत तो इत्थे लिखिया है, फिर शैतान उन्होंने एक वड्डे पहाड़ उत्ते लै गया अते जगत दीयां सारियां पातशाहियां उन्हां दा जलो उन्हां नूं विखाया अते उसनूं कहा, जे तू न्यों के मैनू मत्था टेके तां सब कुछ तैनूं देआंगा, सब कुछ तैनू देंगा। ये संसार का ईश्वर है जिहड़ा सानू सच्चे परमेश्वर की भगती तो दूर करके इस संसार की भगती दे विच सानू सदी भी मौत विच लैके जाना चाहता है। आरंभ दे विच उत्पत्ति दी पुस्तक दे विच जदों असी वर्ल्ड सैपरेशन की गल करते हाँ तो इस विच असी देखते हाँ कि उस समय दे लोग संसार दियां उन्हां औरतां नूं वेख के, संसार दियां उन्हां नारियां नूं वेख के उन्हां ने अपने जीवन नूं भ्रष्ट कर लिया और ये परमेश्वर की नज़र दे विच घृणित पाप सी। अज भी लोग इस तरह का काम कर रहे हैं। रोमिया की पुस्तक दे विच असीं पढ़ बैठे हाँ कि किस तरह अज दे समय दे विच भी लोग परमेश्वर दे पवित्र चुने हुए लोग किस तरह इस संसार की काम वासना दे विच, अभिलाषा दे विच, सुंदरता दे विच, माया दे विच, मोह दे विच किस तरह अपने आप नूं फसा बैठे हैं। उन्हां दा भगती दा काम की है? धन। उन्हां दा भगती दा काम की है? मोह लैना। उन्हां दा भगती दा काम की है? उच्चे स्थान लेना। उन्हां दा काम परमेश्वर दे अगे नीवें होके परमेश्वर दी भगती करना नहीं है। उन्हां दे मन हठी हो चुके हैं। इसराइल दा परमेश्वर रोमिया दे विच यही कह रहा है। प्रभु दा वचन पौलुस रसूल दे राही रोमिया दे विच यही कह रहा है, क्यों वो अपने मन उन्हां दे जड़े बुद्ध है उन्हां दे मन जड़े हनेर हो गए, वो परमेश्वर दी भगती नूं वेख नहीं रहे। की कहता है दूसरा क्रंथियां जदों असी 4:4 पढ़ते हाँ, मैं आप नूं वो भी पढ़ के दसना चाहना हाँ। दूसरा क्रंथियां 4:4 विच इस तरह लिखिया है, कहता जिन्हां विच इस युग दे ईश्वर ने बेप्रतीतियां दी बुद्ध अनिया कर दित्तियां, मते मसीह जो परमेश्वर दा स्वरूप है ओदे तेज दी खुशखबरी दे चानण उत्ते प्रकाश ना होवे। वो जा ही ना सकण परमेश्वर दे कोल। कई बार मसीही विश्वासियों के जीवन दे विच भी यह पर्दा पैंदा है और यह पर्दा उन्हां दे जीवन नूं विनाश दे विच लैके चल जाता है। पर इस बुरे संसार दे विच रहना आसान नहीं है, पर लेकिन परमेश्वर दे भगत इस बुरे संसार दे विच रहे हैं। इत्थे असीं देखदे हां 6 अध्याय दी 2 आयत दे विच कि परमेश्वर दे पुत्रा ने आदमी दी धीआं नूं वेख्या, भाई वो सोहणियां, तद उन्हां ने अपने लिए सारियां चुनियां होईयां विचों इस्त्रियां कीतियां। मतलब कि परमेश्वर दे पवित्र लोग अपवित्रता दे नाल मिल गए, भाव उन्हां ने मौत नूं सद्दा दे लिया।
पर ਇੱਥੇ ਪਰਮੇਸ਼ਰ ਦਾ ਵਚਨ ਇੱਕ ਗੱਲ ਕਹਿੰਦਾ ਹੈ, ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਬਣੀ ਰਹੀ। ਕਿਉਂ? ਕਿਉਂਕਿ ਨੂਹ ਇਸ ਬੁਰੇ ਸੰਸਾਰ ਦੇ ਵਿੱਚ ਆਪਣੇ 3 ਪੁੱਤਰਾਂ ਦੇ ਨਾਲ, ਆਪਣੀਆਂ 3 ਨੂੰਹਾਂ ਦੇ ਨਾਲ, ਆਪਣੀ ਪਤਨੀ ਦੇ ਨਾਲ ਪਰਮੇਸ਼ਵਰ ਦੇ ਵਿੱਚ ਪਵਿੱਤਰ ਬਣਿਆ ਰਿਹਾ। ਉਹਨੇ ਉਸ ਸੰਸਾਰ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਉਸਨੇ ਇਸ ਬੁਰੇ ਸੰਸਾਰ ਦੇ ਨਾਲ ਸਮਝੌਤਾ ਨਹੀਂ ਕੀਤਾ। ਉਹ ਪਰਮੇਸ਼ਰ ਦੇ ਨਾਲ ਬਣਿਆ ਰਿਹਾ। ਇਸ ਕਰਕੇ ਬਾਈਬਲ ਦੇ ਵਿੱਚ ਕੀ ਅਸੀਂ ਦੇਖਦੇ ਹਾਂ, ਪਰਮੇਸ਼ਰ ਦੀ ਨਿਗਾਹ ਕਿਹਦੇ ਉੱਤੇ ਰਹਿੰਦੀ ਹੈ? ਪਰਮੇਸ਼ਰ ਦੀ ਨਿਗਾਹ ਕਿਸ ਦੇ ਉੱਤੇ ਬਣੀ ਰਹਿੰਦੀ ਹੈ? ਮੈਂ ਪਿਛਲੇ ਦਿਨ ਵੀ ਆਪ ਦੇ ਨਾਲ ਇਹ ਗੱਲ ਕੀਤੀ ਸੀ। ਪਰਮੇਸ਼ਰ ਦੀ ਨਿਗਾਹ ਹਮੇਸ਼ਾ ਧਰਮੀਆਂ ਉੱਤੇ ਬਣੀ ਰਹਿੰਦੀ ਹੈ। ਜ਼ਬੂਰਾਂ ਦੀ ਪੁਸਤਕ ਦੇ ਵਿੱਚ ਵੀ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ, ਔਰ ਦੂਸਰਾ ਇਤਿਹਾਸ ਦੀ ਪੁਸਤਕ ਉਸ ਦਾ 16:9 ਦੇ ਵਿੱਚ ਵੀ ਮੈਂ ਆਪ ਦੇ ਨਾਲ ਇਸ ਨੂੰ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਯਹੋਵਾ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਰਹਿੰਦੀਆਂ ਹਨ, ਤਾਂ ਜੋ ਉਹਨਾਂ ਦੇ ਸਹਾਇਤਾ ਦੇ ਲਈ ਜਿਨ੍ਹਾਂ ਦਾ ਦਿਲ ਉਸ ਦੇ ਉੱਤੇ ਪੂਰਨ ਨਿਚਾ ਰੱਖਦਾ ਹੈ। ਕਿਹਨਾਂ ਤੇ ਲੱਗੀਆਂ ਰਹਿੰਦੀਆਂ? ਜਿਨ੍ਹਾਂ ਦਾ ਦਿਲ ਪਰਮੇਸ਼ਵਰ ਉੱਤੇ ਪੂਰਨ ਨਿਚਾ ਨਾਲ ਲੱਗਿਆ ਰਹਿੰਦਾ ਹੈ। ਇਹਦਾ ਮਤਲਬ ਜਿਹੜੇ ਇਸ ਸੰਸਾਰ ਨੂੰ ਨਾ ਦੇਖਦੇ ਹੋਏ ਪਰਮੇਸ਼ਰ ਨੂੰ ਦੇਖਦੇ ਆ, ਜਿਹੜੇ ਪਰਮੇਸ਼ਰ ਦੇ ਪਿੱਛੇ ਚੱਲਦੇ ਆ, ਜਿਹੜੇ ਪਰਮੇਸ਼ਰ ਨੂੰ ਭਾਉਂਦੇ ਆ। ਮੈਂ ਇਸ ਦੇ ਨਾਲ ਇੱਕ ਵਚਨ ਹੋਰ ਪੜ੍ਹ ਰਿਹਾ, ਕਹਾਵਤਾਂ 15:3 ਆਪ ਦੇ ਲਈ ਪੜ੍ਹ ਰਿਹਾ ਹਾਂ। ਕਹਾਵਤਾਂ ਦੀ ਪੁਸਤਕ ਉਸਦਾ 15 ਅਧਿਆਇ ਉਸ ਦੀ 3 ਆਇਤ। ਕਹਾਵਤਾਂ 15:3। ਇੱਥੇ ਲਿਖਿਆ ਹੈ, ਯਹੋਵਾ ਦੀਆਂ ਅੱਖਾਂ ਸਭਨੀ ਥਾਈਂ ਲੱਗੀਆਂ ਰਹਿੰਦੀਆਂ ਹਨ ਅਤੇ ਬੁਰੇ ਭਲੇ ਨੂੰ ਤੱਕਦੀਆਂ ਰਹਿੰਦੀਆਂ ਹਨ। ਸੋਚ ਲਓ, ਅਸੀਂ ਚੰਗਾ ਕਰ ਰਹੇ ਜਾਂ ਬੁਰਾ ਕਰ ਰਹੇ? ਪਰ ਉੱਥੇ ਲਿਖਿਆ ਹੈ, ਪਰਮੇਸ਼ਰ ਦੀ ਅੱਖ ਉਹਨਾਂ ਤੇ ਲੱਗੀ ਰਹਿੰਦੀ ਹੈ ਜਿਹੜੇ ਪੂਰਨ ਨਿਚਾ ਨਾਲ ਪਰਮੇਸ਼ਰ ਦੇ ਪਿੱਛੇ ਚੱਲਦੇ ਆ, ਬਣੇ ਰਹਿੰਦੇ ਆ। ਪਰਮੇਸ਼ਰ ਪੁੱਤਰ ਨੇ ਮਥਈ ਨੂੰ ਜਦੋਂ ਉੱਥੇ ਦੇਖਿਆ, ਉਸਨੂੰ ਕਿਹਾ, ਫੋਲੋ ਮੀ, ਮੇਰੇ ਪਿੱਛੇ ਹੋ ਲੈ। ਮਥਈ ਨੇ ਸੰਸਾਰ ਨੂੰ ਨਹੀਂ ਵੇਖਿਆ, ਮਥਈ ਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਤੇ ਉਹਦੇ ਪਿੱਛੇ ਹੋ ਤੁਰਿਆ। ਉਹ ਪਰਮੇਸ਼ਰ ਦੀ ਆਨੰਦ, ਪਰਮੇਸ਼ਰ ਦੀ ਸ਼ਾਂਤੀ ਅਤੇ ਪਰਮੇਸ਼ਰ ਦੀ ਭਲਾਈ ਅਤੇ ਪਰਮੇਸ਼ਰ ਦੀ ਦਇਆ ਅਤੇ ਪਰਮੇਸ਼ਰ ਦੀ ਕਿਰਪਾ ਅਤੇ ਪਰਮੇਸ਼ਰ ਦੇ ਪ੍ਰੇਮ ਅਤੇ ਪਰਮੇਸ਼ਰ ਦੀ ਪਵਿੱਤਰਤਾ ਅਤੇ ਪਰਮੇਸ਼ਰ ਦੀ ਸੱਚਾਈ ਵਿੱਚ ਬਣਿਆ ਰਿਹਾ। ਉਸ ਦਾ ਪ੍ਰਤੀਫਲ ਉਸਨੇ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਲਿਆ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ। ਪਰਮੇਸ਼ਰ ਦੀ ਸ਼ਾਂਤੀ ਕਦੇ ਖਤਮ ਹੋਣ ਵਾਲੀ ਨਹੀਂ, ਪਰਮੇਸ਼ਰ ਦਾ ਪ੍ਰੇਮ ਕਦੇ ਖਤਮ ਹੋਣ ਵਾਲਾ ਨਹੀਂ, ਪਰਮੇਸ਼ਰ ਦਾ ਆਨੰਦ ਕਦੇ ਖਤਮ ਹੋਣ ਵਾਲਾ ਨਹੀਂ, ਪਰਮੇਸ਼ਰ ਦੀ ਪਵਿੱਤਰਤਾ ਕਦੇ ਖਤਮ ਹੋਣ ਵਾਲੀ ਨਹੀਂ, ਪਰਮੇਸ਼ਰ ਦੀ ਸੱਚਾਈ ਕਦੇ ਮਿਟਣ ਵਾਲੀ ਨਹੀਂ, ਹਮੇਸ਼ਾ ਸਾਡੇ ਨਾਲ ਰਹਿਣ ਵਾਲੀ ਹੈ। ਪਰਮੇਸ਼ਰ ਮੈਨੂੰ ਅਤੇ ਆਪ ਨੂੰ ਦੇ ਰਿਹਾ ਹੈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ। ਔਰ ਮਤੀ ਨੇ ਜਦੋਂ ਉਸ ਨੂੰ ਵੇਖਿਆ ਔਰ ਉਸਨੇ ਬੁਲਾਇਆ, ਉਸ ਦੇ ਪਿੱਛੇ ਹੋ ਤੁਰਿਆ, ਉਸਨੇ ਕਦੇ ਪਿੱਛੇ ਮੁੜਨ ਦਾ ਫੈਸਲਾ ਨਹੀਂ ਲਿਆ। ਇਸੇ ਤਰ੍ਹਾਂ ਨੂੰ ਉਸ ਸਮੇਂ ਦੇ ਬੁਰੇ ਲੋਕਾਂ ਦੇ ਵਿੱਚ, ਬੁਰੇ ਸੰਸਾਰ ਦੇ ਲੋਕਾਂ ਦੇ ਵਿੱਚ ਪਰਮੇਸ਼ਵਰ ਦੀ ਪਵਿੱਤਰਤਾ ਦੇ ਨਾਲ ਉਸ ਦੇ ਵਿੱਚ ਬਣਿਆ ਰਿਹਾ। ਇਸੇ ਲਈ ਇੱਥੇ ਲਿਖਿਆ ਹੈ, ਉਹ ਉਸ ਦੇ ਪਿੱਛੇ ਚੱਲਦਾ ਰਿਹਾ ਔਰ ਉਸ ਦੇ ਉੱਤੇ ਪਰਮੇਸ਼ਵਰ ਦੀ ਨਿਗਾਹ ਬਣੀ ਰਹੀ। ਔਰ ਪਰਮੇਸ਼ਵਰ ਨੇ ਕੀ ਕਿਹਾ? ਪਰਮੇਸ਼ਵਰ ਨੇ ਕਿਹਾ, ਨੂਹ ਦੀ ਕੁਲ ਪਤਰੀ, ਨੂਹ ਇੱਕ ਧਰਮੀ ਵਿਅਕਤੀ। ਪਰਮੇਸ਼ਵਰ ਦੀ ਬਾਣੀ ਚ ਲਿਖਿਆ, ਧਰਮੀ ਕੌਣ ਹੈ? ਜਿਸ ਨੂੰ ਪਰਮੇਸ਼ਰ ਚੁਣ ਲੈਂਦਾ ਹੈ। ਧਰਮੀ ਕੌਣ ਹੈ? ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲੈਂਦਾ। ਧਰਮੀ ਕੌਣ ਹੈ? ਜੋ ਯਿਸੂ ਮਸੀਹ ਦੇ ਉਸ ਬਲੀਦਾਨ ਦੇ ਉੱਤੇ ਨਿਚਾ ਕਰਕੇ ਉਸ ਦੇ ਪਿੱਛੇ ਚੱਲਦਾ ਹੈ। ਧਰਮੀ ਕੌਣ ਹੈ? ਜਿਹੜਾ ਮੰਨ ਲੈਂਦਾ ਹੈ ਯਿਸੂ ਹੀ ਪ੍ਰਭੂ ਹੈ। ਪਿਆਰੋ, ਜੇ ਅਸੀਂ ਧਰਮੀ ਹਾਂ ਉਸ ਵਿੱਚ, ਤਾਂ ਜਿਵੇਂ 6 ਅਧਿਆਏ ਦੇ ਵਿੱਚ ਪਰਮੇਸ਼ਰ ਦੇ ਪੁੱਤਰਾਂ ਨੇ ਸੰਸਾਰ ਨੂੰ ਵੇਖ ਕੇ ਆਪਣੇ ਉੱਤੇ ਪਰਮੇਸ਼ਰ ਦਾ ਕ੍ਰੋਧ ਲੈ ਲਿਆ, ਪਰਮੇਸ਼ਰ ਦਾ ਸ਼ਰਾਪ ਲੈ ਲਿਆ, ਉਸ ਤਰ੍ਹਾਂ ਨਾ ਲਓ, ਕਿਉਂਕਿ ਉਹ ਦਿਨ ਆਉਣ ਵਾਲਾ ਹੈ। ਉਹ ਦਿਨ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਿਆਂ ਦਾ ਦਿਨ ਮੇਰੇ ਵਿੱਚ ਖੜਨ ਵਾਲਾ ਹੈ।
ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਹੈ, ਕੋਈ ਉਸ ਦੇ ਨਿਆਂ ਦੇ ਵਿੱਚੋਂ ਬਚ ਨਹੀਂ ਸਕਦਾ। ਕਿਉਂਕਿ ਜਦੋਂ ਅਸੀਂ ਦੂਸਰਾ ਗ੍ਰੰਥੀਆਂ ਉਸ ਦਾ 5 ਅਧਿਆਏ ਉਸ ਦੀ 10 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਰ ਫਿਰ ਸਾਨੂੰ ਆਪਣੀ ਗੱਲ ਦੱਸਦਾ ਹੈ। ਕੀ ਲਿਖਿਆ? ਕਿਉਂ ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਪ੍ਰਗਟ ਹੋਣਾ ਹੈ। ਭਾਈ ਹਰੇਕ ਜੋ ਕੁਛ ਉਸਨੇ ਦੇਹੀ ਵਿੱਚ ਕੀਤਾ ਹੈ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਭੋਗੇਗਾ। ਫੈਸਲਾ ਹੁਣ ਮੈਂ ਕਰਨਾ ਹੈ। ਮੈਂ ਬੁਰੇ ਸੰਸਾਰ ਦੇ ਨਾਲ ਚੱਲ ਕੇ ਆਪਣਾ ਨਾਸ਼ ਕਰਨਾ ਹੈ ਜਾਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਬਣੇ ਰਹਿ ਕੇ ਸਵਰਗ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਫੈਸਲਾ ਆਪ ਦੇ ਕੋਲ ਹੈ। ਪਰਮੇਸ਼ਰ ਨੇ ਆਪ ਨੂੰ ਦੱਸ ਦਿੱਤਾ ਹੈ ਕਿ ਯਿਸੂ ਮਸੀਹ ਦੇ ਵਿੱਚ ਜੀਵਨ ਹੈ ਅਤੇ ਸੰਸਾਰ ਦੇ ਵਿੱਚ ਮੌਤ ਹੈ। ਜੇ ਤੁਸੀਂ ਮੌਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੰਸਾਰ ਦੇ ਕੰਮਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਨਾਸ਼ ਕਰ ਸਕਦੇ ਹੋ, ਪਰ ਜੇ ਤੁਸੀਂ ਜੀਵਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਆਪਣਾ ਮੁਕਤੀਦਾਤਾ ਮੰਨ ਲਓ। ਇਹ ਕਹੋ, ਪ੍ਰਭੂ ਜੀ ਮੈਂ ਪਾਪੀ ਹਾਂ, ਤੁਸੀਂ ਮੇਰੇ ਪਾਪੀ ਦੇ ਲਈ ਆਪਣਾ ਪਿਆਰਾ ਪੁੱਤਰ ਕਲਵਰੀ ਕਰੂਸ ਦੇ ਉੱਤੇ ਡੋਲ ਦਿੱਤਾ ਅਤੇ ਉਸ ਦੇ ਪਵਿੱਤਰ ਲਹੂ ਬਹਾਏ ਜਾਣ ਦੇ ਰਾਹੀਂ ਮੇਰੇ ਸਭ ਪਾਪ ਮਾਫ ਕੀਤੇ ਜਾਂਦੇ ਆ ਔਰ ਮਾਫ ਹੋ ਗਏ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ ਔਰ ਇਹ ਵਿਸ਼ਵਾਸ ਦੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦਾ ਹਾਂ। ਆਮੇਨ। ਤਦ ਪਰਮੇਸ਼ਰ ਦਾ ਪਵਿੱਤਰ ਜੀਵਨ ਤੁਹਾਡੇ ਵਿੱਚ ਸ਼ੁਰੂ ਹੁੰਦਾ ਹੈ। ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਉਸ ਜਿਉਂਦੀ ਆਸ ਦੇ ਵਿੱਚ ਜਾਣ ਦੇ ਲਈ ਤੁਹਾਡੀ ਸਹਾਇਤਾ ਕਰਦਾ ਹੈ। ਇਸ ਲਈ ਫੈਸਲਾ ਤੁਸੀਂ ਕਰਨਾ ਹੈ। ਇਸ ਬੁਰੇ ਸੰਸਾਰ ਦੇ ਨਾਲ ਜਾਣਾ ਹੈ ਜਾਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਲ ਜਾ ਕੇ ਸਦਾ ਸਦਾ ਦੀ ਜ਼ਿੰਦਗੀ ਦਾ ਰਾਜ ਕਰਨਾ ਹੈ। ਪ੍ਰਭੂ ਆਪ ਨੂੰ ਫੈਸਲਾ ਕਰਨ ਦੇ ਲਈ ਮਦਦ ਕਰੇ। ਇਸ ਵਚਨ ਦੇ ਨਾਲ ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ।